सत श्री अकाल जी। तुसीं प्राइम एशिया टैलीविजन देख रहे हो। मैं हाँ स्वर्ण सिंह टैणा ਤੇ ਹਰ ਰੋਜ਼ ਦੀ ਤਰ੍ਹਾਂ ਹੀ ਦੋਸਤੋ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਭਾਰਤ ਦੇ ਵਿੱਚੋਂ ਕੋਰੋਨਾ ਦੇ ਮੁਤਲਕ ਬਹੁਤ ਸਾਰੀਆਂ ਨਵੀਆਂ ਖਬਰਾਂ ਹਰ ਰੋਜ਼ ਆ ਰਹੀਆਂ। ਕੋਈ ਵੀ ਇੱਕ ਸੂਬਾ ਇਹੋ ਜਿਹਾ ਨਹੀਂ ਜਿੱਥੋਂ ਇਹ ਖਬਰ ਆਵੇ ਕਿ ਇੱਥੇ ਮੁਕੰਮਲ ਤੌਰ ਦੇ ਉੱਤੇ ਕੋਰੋਨਾ ਪਿਛਲੇ ਇੱਕ ਹਫ਼ਤੇ ਦੇ ਵਿੱਚ ਖਤਮ ਹੋਇਆ। ਜਿੱਥੇ ਕੋਰੋਨਾ ਦਾ ਕੋਈ ਕੇਸ ਨਹੀਂ, ਉਹ ਪਿਛਲੇ ਕਈ ਮਹੀਨਿਆਂ ਤੋਂ ਹੀ ਨਹੀਂ, ਜਿੱਥੇ ਹੈ ਉੱਥੇ ਲਗਾਤਾਰਤਾ ਹਾਲੇ ਤੱਕ ਬਰਕਰਾਰ ਹੈ। ਤੇ ਭਾਰਤ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 9000 ਤੋਂ ਵੱਧ ਨਵੇਂ ਕੇਸ ਆ ਗਏ ਆ। ਇੱਥੋਂ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਭਾਰਤ ਕਿਹੜੇ ਪਾਸੇ ਨੂੰ ਜਾ ਰਿਹਾ ਤੇ ਭਾਰਤ ਦੇ ਵਿੱਚੋਂ ਕਰੋਨਾ ਮੁੱਕ ਸਕਦਾ ਕਿ ਨਹੀਂ। ਪਰ ਅਸੀਂ ਇਸ ਖਬਰ ਦਾ ਵਿਸਥਾਰ ਬਾਅਦ ਦੇ ਵਿੱਚ ਸਾਂਝਾ ਕਰਾਂਗੇ। ਮੈਨੂੰ ਬੜੀ ਹੈਰਾਨੀ ਵੀ ਹੋਈ ਹੈ, ਸ਼ਾਇਦ ਸਾਡੇ ਦਰਸ਼ਕਾਂ ਨੂੰ ਵੀ ਹੈਰਾਨੀ ਹੋਵੇ ਕਿ ਹੋ ਕੀ ਰਿਹਾ। ਜਦੋਂ ਕਿਸੇ ਵੀ ਦੇਸ਼ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਸੰਕਟ ਆਉਂਦਾ ਉਦੋਂ ਨਾਲ ਦੀ ਨਾਲ ਇਹ ਗੱਲ ਆਖੀ ਜਾਂਦੀ ਹੈ ਜੀ ਕਿ ਅਸੀਂ ਪ੍ਰਧਾਨ ਮੰਤਰੀ ਜਿਹੜਾ ਰਾਹਤ ਫੰਡ ਦੇ ਵਿੱਚ ਪੈਸੇ ਪਾਈਏ ਜਾਂ ਮੁੱਖ ਮੰਤਰੀ ਰਾਹਤ ਕੋਸ਼ ਦੇ ਵਿੱਚ ਪੈਸੇ ਪਾਈਏ। ਪਰ ਅੱਜ ਸਥਿਤੀ ਬਿਲਕੁਲ ਬਦਲੀ ਹੋਈ ਨਜ਼ਰ ਆ ਰਹੀ ਹੈ। ਜਦੋਂ ਭਾਰਤ ਦੇ ਵਿੱਚ ਕਰੋਨਾ ਦੀ ਮਹਾਮਾਰੀ ਸ਼ੁਰੂ ਹੋਈ ਤਾਂ ਨਾਲ ਦੀ ਨਾਲ PM ਕੇਅਰ ਫੰਡ ਸ਼ੁਰੂ ਕਰ ਦਿੱਤਾ ਗਿਆ। ਭਾਰਤ ਦੇ ਵਿੱਚ ਲੋਕਾਂ ਨੂੰ ਇਹ ਗੱਲ ਕਹੀ ਗਈ ਕਿ ਇਹਦੇ ਵਿੱਚ ਕਰੋਨਾ ਮਹਾਮਾਰੀ ਦੇ ਨਾਲ ਲੜਦਿਆਂ ਦੀ ਮਦਦ ਵਾਸਤੇ ਵੱਧ ਤੋਂ ਵੱਧ ਪੈਸਾ ਪਾਓ। ਕਿਸੇ ਨੇ ਆਪਣੇ ਵਿੱਤ ਮੁਤਾਬਕ ਸ਼ਾਇਦ 1000 ਰੁਪਇਆ ਵੀ ਪਾਇਆ ਹੋਵੇ, ਕਿਸੇ ਨੇ ਆਪਣੇ ਵਿੱਤ ਮੁਤਾਬਕ ਹੋ ਸਕਦਾ 500 ਕਰੋੜ ਵੀ ਪਾਇਆ ਹੋਵੇ, ਕਿਸੇ ਨੂੰ ਕੁਝ ਨਹੀਂ ਪਤਾ। ਪਰ ਜੇਕਰ ਤੁਸੀਂ ਕਿਸੇ ਤੋਂ ਦਾਨ ਮੰਗਦੇ ਹੋ, ਭਾਵੇਂ ਕੋਈ ਗੁਰਦੁਆਰਾ ਤੇ ਭਾਵੇਂ ਕੋਈ ਮੰਦਿਰ ਤੇ ਭਾਵੇਂ ਕੋਈ ਸਰਕਾਰ ਆ ਤੇ ਭਾਵੇਂ ਕੋਈ ਟਰਸਟ ਆ, ਫਿਰ ਤੁਸੀਂ ਦਾਨ ਕਰਤਾਵਾਂ ਨੂੰ ਉਹਦੇ ਬਾਬਤ ਵੇਰਵਾ ਵੀ ਦਿਓ। ਜੇਕਰ ਅਸੀਂ ਇਹ ਗੱਲ ਕਹਿੰਦੇ ਆ ਕਿ ਅਸੀਂ ਇੱਕ ਪੈਸਾ ਸਹੀ ਥਾਂ ਦੇ ਉੱਤੇ ਲਾਉਣਾ ਤਾਂ ਫਿਰ ਇਹ ਸਾਡਾ ਫਰਜ਼ ਬਣਦਾ ਕਿ ਜੇਕਰ ਕੋਈ ਜਾਣਕਾਰੀ ਮੰਗੇ ਤਾਂ ਉਹਨੂੰ ਜਾਣਕਾਰੀ ਦਿੱਤੀ ਜਾਵੇ, ਉਹ ਜਾਣਕਾਰੀ ਨਸ਼ਰ ਕਰ ਦਿੱਤੀ ਜਾਵੇ। ਪਰ ਜਿਹੜਾ PM ਕੇਅਰ ਫੰਡ ਹੈ ਇਹਦੇ ਮੁਤਲਕ ਜਾਣਕਾਰੀ ਨਸ਼ਰ ਕਰਨ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਇੱਕ ਤਾਂ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਪ੍ਰਧਾਨ ਮੰਤਰੀ ਰਾਹਤ ਕੋਸ਼ ਫੰਡ ਹੈ ਤਾਂ ਫਿਰ PM ਕੇਅਰ ਫੰਡ ਸ਼ੁਰੂ ਕਰਨ ਦੀ ਕੀ ਲੋੜ ਆ, ਕਿਉਂਕਿ ਜਦੋਂ ਵੀ ਕਿਤੇ ਕੋਈ ਅਣਮਨੁੱਖੀ ਵਾਪਰਦਾ, ਜਦੋਂ ਵੀ ਕਿਤੇ ਕੋਈ ਕੁਦਰਤ ਦੀ ਕਰੋਪੀ ਆਉਂਦੀ ਹੈ, ਉਸ ਵਕਤ ਇਸ ਪ੍ਰਧਾਨ ਮੰਤਰੀ ਰਾਹਤ ਕੋਸ਼ ਫੰਡ ਦੇ ਵਿੱਚ ਹੀ ਆਮ ਤੌਰ ਤੇ ਪੈਸੇ ਪਾਏ ਜਾਂਦੇ ਆ। ਪਰ PM ਕੇਅਰ ਫੰਡ ਨਵਾਂ ਸ਼ੁਰੂ ਕਰ ਦਿੱਤਾ। ਹੁਣ ਜਦੋਂ ਇਸ ਬਾਬਤ ਜਾਣਕਾਰੀ ਮੰਗੀ ਜਾਂਦੀ ਆ, RTI ਦੇ ਰਾਹੀਂ ਜਾਣਕਾਰੀ ਮੰਗੀ ਜਾਂਦੀ ਹੈ ਤਾਂ ਉਦੋਂ ਇਹ ਗੱਲ ਕਹੀ ਜਾਂਦੀ ਹੈ ਕਿ ਜੀ ਇਹ ਕੋਈ ਸਰਕਾਰੀ ਅਦਾਰਾ ਨਹੀਂ, ਇਹਦੇ ਬਾਬਤ ਅਸੀਂ ਜਾਣਕਾਰੀ ਨਹੀਂ ਦੇ ਸਕਦੇ, ਇਹ ਨਿੱਜੀ ਜਾਣਕਾਰੀ ਹੈ, ਇਹ ਅਸੀਂ ਨਸ਼ਰ ਨਹੀਂ ਕਰਨੀ। ਮਾਣਯੋਗ ਬੰਬੇ ਹਾਈ ਕੋਰਟ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਪਿਛਲੇ ਦਿਨੀ ਪਟੀਸ਼ਨ ਦਾਖਲ ਕੀਤੀ ਗਈ ਕਿ PM ਕੇਅਰ ਫੰਡ ਦੇ ਵਿੱਚ ਹੁਣ ਤੱਕ ਕਿੰਨੇ ਪੈਸੇ ਆਏ ਆ, ਉਹਦੇ ਵਿੱਚੋਂ ਕਿੰਨੇ ਪੈਸੇ ਖਰਚ ਕਰ ਦਿੱਤੇ ਗਏ ਆ ਤੇ ਕਿੱਥੇ ਪੈਸੇ ਖਰਚ ਕੀਤੇ ਗਏ ਆ, ਇਹਦੇ ਮੁਤਲਕ ਵੇਰਵਾ ਦਿੱਤਾ ਜਾਵੇ। ਤਾਂ ਅੱਗੋਂ ਟਕੇ ਵਰਗਾ ਉੱਤਰ ਮਿਲਿਆ ਜੋ ਕਿ ਮਾਣਯੋਗ ਅਦਾਲਤ ਨੂੰ ਕਿਹਾ ਗਿਆ ਕਿ ਜੀ ਇਸ ਪਟੀਸ਼ਨ ਨੂੰ ਰੱਦ ਕੀਤਾ ਜਾਵੇ, ਅਸੀਂ ਇਸ ਜਾਣਕਾਰੀ ਨੂੰ ਨਸ਼ਰ ਨਹੀਂ ਕਰ ਸਕਦੇ। ਉਹ ਕਿਹੜੇ ਕਾਰਨ ਜਿਹਦੇ ਕਰਕੇ ਆਪਾਂ ਜਾਣਕਾਰੀ ਨਸ਼ਰ ਕਰਨ ਤੋਂ ਝਿਜਕ ਰਹੇ ਆ, ਉਹ ਕਿਹੜੇ ਕਾਰਨ ਜਿਹਦੇ ਕਰਕੇ ਅਸੀਂ ਇਹ ਸਾਰਾ ਕੁਝ ਜਗ ਜ਼ਾਹਰ ਨਹੀਂ ਕਰਨਾ ਚਾਹੁੰਦੇ। ਕੀ ਇਹਦੇ ਪਿੱਛੇ ਕੋਈ ਘਪਲੇਬਾਜ਼ੀ ਤਾਂ ਨਹੀਂ, ਕੀ ਇਹਦੇ ਪਿੱਛੇ ਕੋਈ ਰਾਜਨੀਤੀ ਤਾਂ ਨਹੀਂ। ਪਿਛਲੇ ਦਿਨੀ ਰਾਹੁਲ ਗਾਂਧੀ ਹੋਰਾਂ ਨੇ ਇਹ ਗੱਲ ਕਹੀ ਸੀ ਕਿ PM ਕੇਅਰ ਫੰਡ ਦਾ ਆਡਿਟ ਹੋਣਾ ਚਾਹੀਦਾ। ਇਹ ਆਡਿਟ ਹੋਣਾ ਜਾਂ ਨਹੀਂ ਹੋਣਾ ਅਸੀਂ ਇਹਦੇ ਮੁਤਲਕ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ, ਕਿਉਂਕਿ ਪਤਾ ਨਹੀਂ ਵੀ ਆਡਿਟ ਹੋਊ ਕਿ ਨਹੀਂ ਹੋਊ। ਪਰ ਇਹਦੇ ਉੱਤੇ ਹੈਰਾਨੀ ਜ਼ਰੂਰ ਪ੍ਰਗਟ ਕਰਨੀ ਬਣਦੀ ਹੈ ਕਿ ਜੇਕਰ ਸਾਨੂੰ ਲੋਕਾਂ ਨੇ ਦਾਨ ਦਿੱਤਾ ਤਾਂ ਅਸੀਂ ਉਸ ਦਾਨ ਦੇ ਪੈਸੇ ਨੂੰ ਨਸ਼ਰ ਕਰਨ ਤੋਂ ਕਿਹੜੀ ਗੱਲੋਂ ਝਿਜਕ ਵੱਟ ਰਹੇ ਹਾਂ, ਅਸੀਂ ਕਿਹੜੀ ਗੱਲੋਂ ਉਹ ਸਾਰੀ ਜਾਣਕਾਰੀ ਨਸ਼ਰ ਕਰਨ ਤੋਂ ਪਾਸਾ ਵੱਟ ਰਹੇ ਹਾਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਮੁਸ਼ਕਲ ਦੇ ਸਮੇਂ ਦੇ ਵਿੱਚ ਦੇਸ਼ ਦੇ ਨਾਂ ਦੇ ਉੱਤੇ ਦਾਨ ਪ੍ਰਧਾਨ ਮੰਤਰੀ ਰਾਹਤ ਕੋਸ਼ ਦੇ ਵਿੱਚ ਮੰਗਵਾਉਣ ਦੀ ਥਾਂ ਇੱਕ ਨਵਾਂ ਫੰਡ ਬਣਾ ਕੇ ਉਸ ਦੇ ਵਿੱਚ ਮੰਗਵਾਇਆ ਜਾ ਰਿਹਾ ਤੇ ਇਸ ਨੂੰ ਨਾਂ ਦਿੱਤਾ ਗਿਆ ਹੈ PM ਕੇਅਰ ਫੰਡ। ਇਸ ਫੰਡ ਦੇ ਵਿੱਚ ਕਿੰਨਾ ਪੈਸਾ ਆ ਰਿਹਾ ਤੇ ਕਿੱਥੇ ਖਰਚ ਕੀਤਾ ਗਿਆ, ਇਸ ਦਾ ਹਿਸਾਬ ਕਿਤਾਬ ਜਨਤਕ ਨਹੀਂ ਕੀਤਾ ਜਾ ਰਿਹਾ। ਜਦੋਂ ਸੂਚਨਾ ਦੇ ਅਧਿਕਾਰ ਕਾਨੂੰਨ ਦੇ ਤਹਿਤ ਇਸ ਫੰਡ ਦੇ ਨਾਲ ਜੁੜੀ ਹੋਈ ਜਾਣਕਾਰੀ ਮੰਗੀ ਗਈ ਤਾਂ ਪਤਾ ਲੱਗਾ ਕਿ ਇਹ RTI ਦੇ ਦਾਇਰੇ ਦੇ ਵਿੱਚ ਹੀ ਨਹੀਂ ਆਉਂਦਾ। ਕੋਰੋਨਾ ਵਾਇਰਸ ਦੇ ਨਾਲ ਲੜਨ ਦੇ ਲਈ ਬਣਾਏ ਗਏ PM ਕੇਅਰ ਫੰਡ ਤੇ ਸ਼ੁਰੂ ਤੋਂ ਹੀ ਸਵਾਲ ਖੜੇ ਹੋ ਰਹੇ ਨੇ। ਰਾਹੁਲ ਗਾਂਧੀ ਤਾਂ ਇਸ ਦਾ ਆਡਿਟ ਕਰਵਾਉਣ ਦੀ ਮੰਗ ਵੀ ਕਰ ਚੁੱਕੇ ਨੇ। ਇਸ ਨਾਲ ਜੁੜੇ ਕੁਝ ਸਵਾਲ ਨੇ ਜਿਨ੍ਹਾਂ ਦਾ ਜਵਾਬ ਦੇਣ ਵਾਲਾ ਕੋਈ ਵੀ ਨਹੀਂ ਤੇ ਸ਼ਾਇਦ ਕੋਈ ਉੱਤਰ ਨਾ ਵੀ ਮਿਲੇ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਇਸ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼ ਯਾਨੀ ਕਿ PMNRFC ਤਾਂ ਨਵਾਂ ਫੰਡ ਬਣਾਉਣ ਦੀ ਲੋੜ ਕੀ ਸੀ। 28 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ PM ਕੇਅਰ ਫੰਡ ਦਾ ਐਲਾਨ ਕੀਤਾ ਤਾਂ ਕਿ ਕੋਰੋਨਾ ਨਾਲ ਲੜਨ ਦੇ ਲਈ ਲੋਕ ਆਪਣੀ ਇੱਛਾ ਦੇ ਨਾਲ ਦਾਨ ਕਰ ਸਕਣ। ਪਰ 3 ਦਿਨ ਬਾਅਦ ਹੀ 1 ਅਪ੍ਰੈਲ ਨੂੰ ਇੱਕ RTI ਦਾਖਲ ਹੋਈ ਜਿਸ ਵਿੱਚ ਫੰਡ ਦੇ ਨਾਲ ਜੁੜੀ ਹੋਈ ਜਾਣਕਾਰੀ ਮੰਗੀ ਗਈ। RTI ਦਾਖਲ ਹੋਣ ਤੋਂ ਬਾਅਦ 30 ਦਿਨ ਦੇ ਅੰਦਰ ਉਸ ਦਾ ਜਵਾਬ ਦੇਣਾ ਜ਼ਰੂਰੀ ਹੁੰਦਾ ਹੈ। ਹਾਲਾਂਕਿ ਇੱਥੇ ਇਹਦੇ ਵਿੱਚ ਵੀ ਦੇਰੀ ਕੀਤੀ ਗਈ। 29 ਮਈ ਨੂੰ PMO ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ PM ਕੇਅਰ ਫੰਡ ਪਬਲਿਕ ਅਥਾਰਟੀ ਨਹੀਂ ਹੈ, ਲਿਹਾਜ਼ਾ ਇਸ ਦੀ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਇਸ ਤੋਂ ਬਾਅਦ PM ਕੇਅਰ ਫੰਡ ਨੂੰ ਕਿੰਨੀ ਡੋਨੇਸ਼ਨ ਮਿਲੀ, ਇਹਦੇ ਲਈ 28 ਮਾਰਚ ਤੋਂ ਬਾਅਦ 4 ਜੂਨ ਤੱਕ ਸਾਰੀ ਮੀਡੀਆ ਰਿਪੋਰਟ ਲੱਭੀ ਗਈ ਤਾਂ ਪਤਾ ਲੱਗਾ ਕਿ 69 ਦਿਨਾਂ ਦੇ ਵਿੱਚ ਇਸ ਫੰਡ ਨੂੰ ਘੱਟੋ ਘੱਟ 9600 ਤੇ 90 ਕਰੋੜ ਰੁਪਏ ਤਾਂ ਮਿਲੇ ਹੀ ਹੋਣਗੇ। ਹਾਲਾਂਕਿ ਬਹੁਤ ਸਾਰੀਆਂ ਸੰਸਥਾਵਾਂ ਤੇ ਸੈਲੀਬ੍ਰਿਟੀ ਇਹੋ ਜਿਹੇ ਨੇ ਜਿਨ੍ਹਾਂ ਨੇ PM ਕੇਅਰ ਫੰਡ ਦੇ ਵਿੱਚ ਦਾਨ ਤਾਂ ਦਿੱਤਾ ਪਰ ਇਹ ਨਹੀਂ ਦੱਸਿਆ ਕਿ ਕਿੰਨਾ ਦਾਨ ਦਿੱਤਾ ਗਿਆ।
ਇਹਦੇ ਵਿੱਚ ਆਮ ਲੋਕਾਂ ਦੇ ਵੱਲੋਂ ਦਿੱਤੇ ਗਏ ਦਾਨ ਦੀ ਜਾਣਕਾਰੀ ਦਾ ਵੀ ਮੁਕੰਮਲ ਪਤਾ ਨਹੀਂ। ਇਸ ਫੰਡ ਦੇ ਵਿੱਚ 28 ਮਾਰਚ ਤੋਂ ਬਾਅਦ 4 ਜੂਨ ਤੱਕ 9600 ਤੇ 90 ਕਰੋੜ ਰੁਪਏ ਦਾ ਡੋਨੇਸ਼ਨ ਆ ਚੁੱਕਿਆ। ਇਹ ਡੋਨੇਸ਼ਨ ਬਾਲੀਵੁੱਡ ਸੈਲੀਬ੍ਰਿਟੀ, ਪ੍ਰਾਈਵੇਟ ਕੰਪਨੀਆਂ ਦੇ ਕਰਮਚਾਰੀਆਂ, ਸਰਕਾਰੀ ਸੰਸਥਾਵਾਂ, ਕੇਂਦਰੀ ਵਿਭਾਗਾਂ ਦੇ ਅਧੀਨ ਆਉਣ ਵਾਲੀਆਂ ਕੰਪਨੀਆਂ ਜਾਂ ਸੰਸਥਾਵਾਂ, ਸਰਕਾਰੀ ਕਰਮਚਾਰੀਆਂ ਦੇ ਨਾਲ ਹੋਰ ਕੁਝ ਲੋਕਾਂ, ਖੇਡ ਸੰਸਥਾਵਾਂ ਤੇ ਖਿਡਾਰੀਆਂ ਤੇ ਕੁਝ NGO ਦੇ ਵੱਲੋਂ ਦਾਨ ਦਿੱਤਾ ਗਿਆ। ਇਹਦੇ ਵਿੱਚ ਸਭ ਤੋਂ ਜ਼ਿਆਦਾ 5300 ਤੇ 49 ਕਰੋੜ ਰੁਪਏ ਸਰਕਾਰੀ ਸੰਸਥਾਵਾਂ ਦੇ ਵੱਲੋਂ ਸਰਕਾਰੀ ਕਰਮਚਾਰੀਆਂ ਦੀ ਇੱਕ ਦਿਨ ਦੀ ਤਨਖਾਹ ਦੇ ਰੂਪ ਦੇ ਵਿੱਚ ਮਿਲੇ ਨੇ, ਜਦਕਿ ਨਿੱਜੀ ਸੰਸਥਾਵਾਂ ਤੇ ਕਾਰਪੋਰੇਟ ਤੇ ਕਾਰੋਬਾਰੀਆਂ ਤੋਂ 4200 ਤੇ 23 ਕਰੋੜ ਰੁਪਏ ਤੋਂ ਜ਼ਿਆਦਾ ਦੀ ਡੋਨੇਸ਼ਨ ਆਈ ਹੈ। ਕੋਵਿਡ-19 ਦੇ ਨਾਲ ਲੜਨ ਦੇ ਲਈ ਬਣਾਏ ਗਏ ਇਸ ਫੰਡ ਦੇ ਵਿੱਚ 60% ਦੀ ਡੋਨੇਸ਼ਨ ਇਕੱਲਿਆਂ 10 ਥਾਵਾਂ ਤੋਂ ਆਈ ਹੈ। ਸਭ ਤੋਂ ਵੱਧ 1500 ਕਰੋੜ ਰੁਪਏ ਦੀ ਡੋਨੇਸ਼ਨ ਟਾਟਾ ਸਨਜ਼ ਤੇ ਟਾਟਾ ਟਰਸਟ ਨੇ ਦਿੱਤੀ ਹੈ। ਟਾਟਾ ਸਨਜ਼ ਨੇ 500 ਕਰੋੜ ਰੁਪਏ ਤੇ ਟਾਟਾ ਟਰਸਟ ਨੇ 1000 ਕਰੋੜ ਰੁਪਏ ਦਿੱਤਾ। ਇਸ ਤੋਂ ਬਾਅਦ ਊਰਜਾ ਵਿਭਾਗ ਦੇ ਅਧੀਨ ਸੰਸਥਾਵਾਂ, ਕੰਪਨੀਆਂ ਦੇ ਵੱਲੋਂ 925 ਕਰੋੜ ਰੁਪਏ ਦਾ ਦਾਨ ਦਿੱਤਾ ਗਿਆ, ਜਦਕਿ ਰੱਖਿਆ ਵਿਭਾਗ ਦੇ ਵੱਲੋਂ 500 ਕਰੋੜ ਰੁਪਏ ਮਿਲਿਆ। CDS ਜਨਰਲ ਬਿਪਨ ਰਾਵਤ ਨੇ ਤਾਂ 1 ਸਾਲ ਤੱਕ ਹਰ ਮਹੀਨੇ 50,000 ਰੁਪਇਆ PM ਕੇਅਰ ਫੰਡ ਦੇ ਵਿੱਚ ਦੇਣ ਦਾ ਫੈਸਲਾ ਕੀਤਾ। 13 ਮਈ ਨੂੰ PMO ਦੇ ਵੱਲੋਂ ਬਣਾਇਆ ਗਿਆ ਇਹ PM ਕੇਅਰ ਫੰਡ ਦੇ ਵਿੱਚ ਡੋਨੇਸ਼ਨ ਤੋਂ 3100 ਕਰੋੜ ਰੁਪਏ ਰਿਲੀਜ਼ ਕੀਤੇ ਗਏ ਨੇ। ਇਹਦੇ ਵਿੱਚੋਂ 2000 ਕਰੋੜ ਰੁਪਏ ਦੀ ਲਾਗਤ ਦੇ ਨਾਲ 50,000 ਮੇਡ ਇਨ ਇੰਡੀਆ ਵੈਂਟੀਲੇਟਰ ਖਰੀਦੇ ਜਾਣਗੇ, ਜਦਕਿ ਬਾਕੀ ਦੇ 50,000 ਕਰੋੜ ਰੁਪਇਆ ਪ੍ਰਵਾਸੀ ਮਜ਼ਦੂਰਾਂ ਤੇ 100 ਕਰੋੜ ਰੁਪਇਆ ਵੈਕਸੀਨ ਦੇ ਉੱਤੇ ਖਰਚ ਕਰਨ ਦੀ ਗੱਲ ਕਹੀ ਗਈ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਹੈਰਾਨੀ ਇਸ ਗੱਲ ਦੇ ਉੱਤੇ ਹੁੰਦੀ ਹੈ ਕਿ ਜੇਕਰ ਅਸੀਂ ਸੱਚੇ ਆ ਤਾਂ ਜਾਣਕਾਰੀ ਦੇਣ ਤੋਂ ਝਿਜਕਦੇ ਕਿਹੜੀ ਗੱਲੋਂ ਆ। ਮੰਨ ਲਓ ਤੁਸੀਂ ਮੈਨੂੰ 100 ਰੁਪਇਆ ਦਿੱਤਾ ਹੋਵੇ, ਜੇਕਰ ਮੈਂ ਤੁਹਾਡੇ ਕੋਲੋਂ ਦਾਨ ਮੰਗ ਰਿਹਾ ਤੇ ਤੁਸੀਂ ਮੇਰੇ ਕੋਲੋਂ ਵੇਰਵਾ ਮੰਗਦੇ ਆ ਕਿ ਹਾਂ ਤੁਹਾਡੇ ਇਸ ਖਾਤੇ ਦੇ ਵਿੱਚ ਪੈਸੇ ਪਾਏ ਆ ਤਾਂ ਕਿੰਨੇ ਆਏ ਆ, ਇਹਦੇ ਬਾਬਤ ਸਟੇਟਮੈਂਟ ਨਸ਼ਰ ਕੀਤੀ ਜਾਵੇ। ਤੇ ਜੇਕਰ ਮੈਂ ਸੱਚਾ ਤੇ ਫਿਰ ਮੈਨੂੰ ਸਟੇਟਮੈਂਟ ਨਸ਼ਰ ਕਰਨ ਤੋਂ ਝਿਜਕਣਾ ਨਹੀਂ ਚਾਹੀਦਾ। ਪਰ ਜੇਕਰ ਮੇਰੇ ਮਨ ਦੇ ਵਿੱਚ ਕੋਈ ਚੋਰ ਹੋਊਗਾ ਫਿਰ ਮੈਂ ਇਹ ਗੱਲ ਕਹੂੰਗਾ ਕਿ ਨਹੀਂ, ਇਦਾਂ ਨਹੀਂ ਹੋ ਸਕਦਾ। ਫਿਰ ਮੈਂ ਹੋ ਸਕਦਾ ਆਨੇ ਬਹਾਨੇ ਬਣਾਵਾਂ, ਹੋ ਸਕਦਾ ਮੈਂ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕਰਾਂ, ਹੋ ਸਕਦਾ ਮੈਂ ਕੋਈ ਨਾ ਕੋਈ ਹੋਰ ਇਹੋ ਜਿਹਾ ਵੇਰਵਾ ਪੇਸ਼ ਕਰਾਂ ਜਿਹੜਾ ਤੁਹਾਨੂੰ ਯਕੀਨ ਨਾ ਦਿਵਾਵੇ। ਉਸੇ ਤਰੀਕੇ ਦੇ ਨਾਲ ਹੁਣ PM ਕੇਅਰ ਫੰਡ ਦੇ ਵਿੱਚ ਕਿੰਨੇ ਪੈਸੇ ਆਏ ਆ ਉਹਦਾ ਵੇਰਵਾ ਨਸ਼ਰ ਨਹੀਂ ਕੀਤਾ ਜਾ ਰਿਹਾ ਤੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਪੈਦਾ ਹੋ ਰਿਹਾ। ਅਸੀਂ ਇਹ ਨਹੀਂ ਗੱਲ ਕਹਿੰਦੇ ਕਿ ਘਪਲੇਬਾਜ਼ੀ ਹੋਈ ਹੈ, ਅਸੀਂ ਇਹ ਨਹੀਂ ਗੱਲ ਕਹਿੰਦੇ ਕਿ ਠੱਗੀ ਹੋਈ ਹੈ, ਅਸੀਂ ਇਹ ਨਹੀਂ ਗੱਲ ਕਹਿੰਦੇ ਕਿ ਲੋਕਾਂ ਦੇ ਪੈਸੇ ਦੇ ਨਾਲ ਖਿਲਵਾੜ ਕੀਤਾ ਗਿਆ, ਪਤਾ ਨਹੀਂ ਪੈਸੇ ਖਰਚੇ ਆ ਕਿ ਨਹੀਂ ਖਰਚੇ, ਕਿਹਦੀ ਜੇਬ ਦੇ ਵਿੱਚ ਚਲੇ ਗਏ। ਪਰ ਜੇਕਰ ਆਪਾਂ ਸੱਚੇ ਆ, ਮੁਕੰਮਲ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਹੈ। ਇਹ ਭਾਵੇਂ ਪ੍ਰਧਾਨ ਮੰਤਰੀ ਫੰਡ ਹੋਵੇ, ਭਾਵੇਂ ਇਹ PM ਕੇਅਰ ਫੰਡ ਜਿਹੜਾ ਨਵਾਂ ਬਣਾਇਆ, ਭਾਵੇਂ ਪੰਜਾਬ ਦੇ ਮੁੱਖ ਮੰਤਰੀ ਦਾ ਫੰਡ ਹੋਵੇ ਜਿਹੜਾ ਕਿ ਬਣਾਇਆ ਗਿਆ ਕਿਸੇ ਵੀ ਹੰਗਾਮੀ ਹਾਲਤ ਨਾਲ ਨਜਿੱਠਣ ਦੇ ਲਈ, ਭਾਵੇਂ ਕਿਸੇ ਹੋਰ ਸੂਬੇ ਦੇ ਮੁੱਖ ਮੰਤਰੀ ਦੇ ਵੱਲੋਂ ਇਹ ਫੰਡ ਬਣਾਇਆ ਗਿਆ ਹੋਵੇ, ਜੇਕਰ ਤੁਸੀਂ ਲੋਕਾਂ ਤੋਂ ਦਾਨ ਮੰਗਦੇ ਆ ਤਾਂ ਉਹਦਾ ਵੇਰਵਾ ਨਸ਼ਰ ਕਰਨਾ ਚਾਹੀਦਾ। ਕਮਾਲ ਦੀ ਗੱਲ ਇਹ ਹੈ ਕਿ ਕੇਂਦਰ ਦੇ ਵੱਲੋਂ ਹੀ ਇਹ ਨਿਯਮ ਬਣਾਏ ਜਾਂਦੇ ਆ ਕਿ ਤੁਸੀਂ 30 ਦਿਨ ਦੇ ਅੰਦਰ ਅੰਦਰ ਸੂਚਨਾ ਅਧਿਕਾਰ ਐਕਟ ਦੇ ਤਹਿਤ ਜਾਣਕਾਰੀ ਦੇਣੀ ਆ। ਪਰ ਜਦੋਂ PM ਕੇਅਰ ਫੰਡ ਦੀ ਜਾਣਕਾਰੀ ਮੰਗਦੇ ਆ ਉਦੋਂ ਕਹਿ ਦਿੰਦੇ ਆ ਕਿ ਨਹੀਂ, ਇਹਦੇ ਬਾਬਤ ਵੇਰਵਾ ਨਹੀਂ ਦੇ ਸਕਦੇ, ਇਹ ਉਸ ਅਧਿਕਾਰ ਖੇਤਰ ਦੇ ਵਿੱਚ ਨਹੀਂ ਆਉਂਦਾ। ਤਾਂ ਫਿਰ ਬੋਲਿਆ ਕਿਉਂ ਨਹੀਂ ਜਾਂਦਾ, ਇਹਦੇ ਉੱਤੇ ਉੱਤਰ ਕਿਹੜੀ ਗੱਲੋਂ ਨਹੀਂ ਦਿੱਤਾ ਜਾਂਦਾ। ਸੋ ਮੰਨਿਆ ਇਹ ਜਾ ਰਿਹਾ ਕਿ ਬਹੁਤ ਸਾਰੇ ਲੋਕਾਂ ਨੇ, ਅਣਗਿਣਤ ਲੋਕਾਂ ਨੇ ਇਸ ਮਸਲੇ ਦੇ ਲਈ ਪੈਸੇ ਦਿੱਤੇ ਆ। ਕੋਈ ਸੂਈ ਜੋਗਾ, ਕੋਈ ਸਲਾਈ ਜੋਗਾ, ਕਿਸੇ ਨੇ 100 ਦਿੱਤਾ ਹੋ ਸਕਦਾ, ਕਿਸੇ ਨੇ 100 ਕਰੋੜ ਦਿੱਤਾ ਹੋ ਸਕਦਾ, ਕਿਸੇ ਨੇ 2000 ਕਰੋੜ ਦਿੱਤਾ ਹੋ ਸਕਦਾ। ਪਰ ਉਹਦੇ ਬਾਬਤ ਵੇਰਵਾ ਨਸ਼ਰ ਨਹੀਂ ਕੀਤਾ ਜਾ ਰਿਹਾ ਜਿਹੜਾ ਇਹ ਸਵਾਲਾਂ ਦੇ ਘੇਰੇ ਦੇ ਵਿੱਚ ਲਗਾਤਾਰ ਆ ਰਿਹਾ। ਇਹਨਾਂ ਸਵਾਲਾਂ ਦੀ ਸ਼ੰਕਾ ਨਿਵਰਤੀ ਜ਼ਰੂਰ ਹੋਣੀ ਚਾਹੀਦੀ ਹੈ ਜੇਕਰ ਅਸੀਂ ਸੱਚੇ ਹਾਂ ਤਾਂ, ਤੇ ਜੇਕਰ ਅਸੀਂ ਸੱਚੇ ਨਹੀਂ ਤਾਂ ਫਿਰ ਗੱਲਾਂ ਬਾਕੀ ਦੀਆਂ ਬਾਅਦ ਦੇ ਵਿੱਚ ਹੈ। ਇਸ ਵਕਤ ਰਾਹੁਲ ਗਾਂਧੀ ਦੀ ਜੇ ਗੱਲ ਕਰਦੇ ਆ ਅਸੀਂ, ਉਹ ਵੀ ਪਰੇ ਛੱਡ ਦਿੰਦੇ ਆ ਕਿ ਉਹ ਰਾਜਨੀਤਿਕ ਵਿਅਕਤੀ ਆ, ਉਹਦੇ ਵੱਲੋਂ ਜਾਣਬੁੱਝ ਕੇ ਸਵਾਲ ਕੀਤੇ ਜਾਂਦੇ ਹੋਣਗੇ। ਪਰ ਬਤੌਰ ਨਾਗਰਿਕ, ਬਤੌਰ ਵੋਟਰ ਅਸੀਂ ਵੀ ਤੇ ਤੁਸੀਂ ਵੀ ਸਾਰੇ ਸ਼ਾਇਦ ਇਸ ਗੱਲ ਦੀ ਮੰਗ ਕਰਦੇ ਹੋਵੋ ਕਿ ਇਹੋ ਜਿਹੀਆਂ ਗੱਲਾਂ ਨਸ਼ਰ ਹੋਣੀਆਂ ਚਾਹੀਦੀਆਂ ਤਾਂ ਜੋ ਪਾਰਦਰਸ਼ਤਾ ਬਰਕਰਾਰ ਰਹੇ। ਪਾਰਦਰਸ਼ਤਾ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਸਾਡੇ ਦੇਸ਼ ਦੇ ਵਿੱਚ ਘਪਲੇਬਾਜ਼ੀਆਂ ਬਹੁਤ ਹੁੰਦੀਆਂ। ਸਾਡੇ ਦੇਸ਼ ਦੇ ਲੋਕਾਂ ਦੇ ਮਨਾਂ ਦੇ ਵਿੱਚ ਪੱਕੀ ਧਾਰਨਾ ਬਣ ਗਈ ਹੈ ਕਿ ਜਿਹੜੇ ਪੈਸੇ ਅਸੀਂ ਜਿਹੜੇ ਕੰਮ ਵਾਸਤੇ ਦਿੰਨੇ ਆ ਉਹ ਸਹੀ ਟਿਕਾਣੇ ਦੇ ਉੱਤੇ ਨਹੀਂ ਲੱਗਦੇ। ਤੇ ਇਸ ਵਕਤ ਜ਼ਰੂਰਤ ਇਸ ਗੱਲ ਦੀ ਹੈ ਕਿ ਲੋਕ ਜਾਣਕਾਰੀ ਨਾ ਮੰਗਣ, ਪਰ ਅਸੀਂ ਵੈਬਸਾਈਟ ਦੇ ਉੱਤੇ ਪਾ ਦਈਏ ਕਿ ਆਹ ਜਾਣਕਾਰੀ ਆ, ਆਹ ਪੈਸਾ ਆਇਆ ਸੀ, ਇਧਰੋਂ ਆਇਆ ਸੀ, ਇਹਨੇ ਦਿੱਤੇ ਸੀ, ਅਸੀਂ ਇੰਨੇ ਖਰਚ ਦਿੱਤੇ, ਇੰਨੇ ਸਾਡੇ ਕੋਲ ਬਾਕੀ ਆ, ਅਸੀਂ ਆਹ ਯੋਜਨਾ ਬਣਾਈ ਆ। ਸੋ ਇਹਦੇ ਨਾਲ ਜੇਕਰ ਕਰੋਨਾ ਦੀ ਕੁੱਲ ਦੀ ਗੱਲ ਕਰਦੇ ਆ, ਭਾਰਤ ਦੇ ਲੋਕਾਂ ਨੂੰ ਇਹਤਿਆਤ ਵਰਤਣ ਦੀ ਜ਼ਰੂਰਤ ਹੈ। ਭਾਰਤ ਦੇ ਲੋਕ ਸਿਰਫ ਤੇ ਸਿਰਫ ਸਰਕਾਰਾਂ ਦੇ ਉੱਤੇ ਨਿਰਭਰ ਨਾ ਰਹਿਣ ਕਿ ਜੇਕਰ ਅਸੀਂ ਬਿਮਾਰ ਹੋ ਗਏ ਤਾਂ ਉਹਨਾਂ ਨੇ ਇਲਾਜ ਕਰਵਾ ਦੇਣਾ, ਉਹਨਾਂ ਨੇ ਆਹ ਕਰ ਦੇਣਾ। ਇਹ ਕੋਈ ਨਿਊਜ਼ੀਲੈਂਡ ਨਹੀਂ, ਇਹ ਕੋਈ ਆਸਟ੍ਰੇਲੀਆ ਨਹੀਂ, ਇਹ ਕੋਈ ਕੈਨੇਡਾ ਨਹੀਂ ਕਿ ਜਿੱਥੇ ਲੋਕਾਂ ਦੇ ਖਾਤਿਆਂ ਦੇ ਵਿੱਚ ਪੈਸੇ ਪੈ ਜਾਣੇ ਆ। ਭਾਰਤ ਦੇ ਵਿੱਚ ਤਾਂ ਉਸ ਪੈਸੇ ਦਾ ਵੇਰਵਾ ਨਹੀਂ ਨਸ਼ਰ ਕੀਤਾ ਜਾਂਦਾ ਜਿਹੜਾ ਪੈਸਾ ਲੋਕਾਂ ਨੇ ਦਾਨ ਦੇ ਰੂਪ ਦੇ ਵਿੱਚ ਦਿੱਤਾ। ਇਸ ਕਰਕੇ ਆਪਣੀ ਜ਼ਿੰਦਗੀ ਦਾ ਬਚਾਅ ਸਾਨੂੰ ਆਪ ਕਰਨਾ ਪਊਗਾ। ਇਸ ਕਰਕੇ ਸਾਨੂੰ ਆਪਣੇ ਟੱਬਰ ਦੀ, ਆਪਣੇ ਆਲੇ ਦੁਆਲੇ ਦੀ ਫਿਕਰ ਕਰਨੀ ਚਾਹੀਦੀ ਹੈ। ਜਿਹੜੀਆਂ ਹਦਾਇਤਾਂ ਸਿਹਤ ਮਹਿਕਮੇ ਦੇ ਵੱਲੋਂ ਨਸ਼ਰ ਕੀਤੀਆਂ ਗਈਆਂ ਕਿ ਮਾਸਕ ਪਹਿਨੇ ਤੋਂ ਬਿਨਾਂ ਬਾਹਰ ਨਹੀਂ ਨਿਕਲਣਾ, ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ, ਸੋ ਅਸੀਂ ਸੈਨੀਟਾਈਜ਼ਰ ਦੀ ਵਰਤੋਂ ਕਰਨੀ ਆ, ਉਹਨਾਂ ਸਾਰੇ ਨਿਯਮਾਂ ਦਾ, ਉਹਨਾਂ ਸਾਰੀਆਂ ਹਦਾਇਤਾਂ ਦਾ ਸਾਨੂੰ ਪਾਲਣ ਪਹਿਲ ਦੇ ਆਧਾਰ ਦੇ ਉੱਤੇ ਕਰਨਾ ਚਾਹੀਦਾ। ਜਾਨ ਹੈ ਤਾਂ ਜਹਾਨ ਹੈ।
बड़े सवाल पिछले कई दिनों तो उठ रहे सी ते असीं भी कल खबर ਦੀ ਖਬਰ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਕਿ ਸ਼ਾਇਦ ਹੋ ਸਕਦਾ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਨਵਾਂ ਧਮਾਕਾ ਹੋਵੇ। ਹੋ ਸਕਦਾ ਕਿ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਦੇ ਵੱਲ ਜਾਣ। ਇਹ ਹੋ ਸਕਦਾ ਸ਼ਬਦ ਵਾਰ-ਵਾਰ ਇਸ ਕਰਕੇ ਵਰਤਣਾ ਪੈ ਰਿਹਾ ਕਿਉਂਕਿ ਨਵਜੋਤ ਸਿੰਘ ਸਿੱਧੂ ਭਾਜਪਾ ਚੋਂ ਛੜੱਪਾ ਮਾਰ ਕੇ ਕਾਂਗਰਸ ਦੇ ਵਿੱਚ ਆਏ ਤੇ ਕਾਂਗਰਸ ਦੇ ਵਿੱਚੋਂ ਛੜੱਪਾ ਕਦੋਂ ਤੇ ਕਿਹੜੇ ਪਾਸੇ ਮਾਰਦੇ ਆ ਇਹਦੇ ਬਾਬਤ ਕਿਸੇ ਨੂੰ ਕੁਝ ਵੀ ਜਾਣਕਾਰੀ ਨਹੀਂ। ਪਰ ਅਟਕਲਾਂ ਬਹੁਤ ਤਰ੍ਹਾਂ ਦੀਆਂ ਸਾਹਮਣੇ ਆਉਂਦੀਆਂ। ਕਦੇ ਖਬਰ ਆਉਂਦੀ ਆ ਕਿ ਉਹ ਦਿੱਲੀ ਦੇ ਵਿੱਚ ਹਾਈ ਕਮਾਂਡ ਦੇ ਵੱਲੋਂ ਮਹੱਤਵਪੂਰਨ ਅਹੁਦੇ ਦੇ ਉੱਤੇ ਲਾ ਦਿੱਤੇ ਜਾਣਗੇ ਤੇ ਕਦੇ ਖਬਰ ਆਉਂਦੀ ਆ ਕਿ ਨਵਜੋਤ ਸਿੰਘ ਸਿੱਧੂ ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਵਾਪਸ ਸੋਫੇ ਤੇ ਬੈਠ ਕੇ ਹਾਸੇ ਠੱਠੇ ਖਿਲਾਰਨਗੇ। ਕਦੇ ਖਬਰ ਇਹ ਆਉਂਦੀ ਆ ਕਿ ਉਹ ਪੰਜਾਬ ਦੇ ਉਪ ਮੁੱਖ ਮੰਤਰੀ ਬਣਾ ਦਿੱਤੇ ਜਾਣਗੇ। ਯਾਨੀ ਕਿ ਜਿੰਨੇ ਮੂੰਹ ਉਨੀਆਂ ਗੱਲਾਂ। ਅੰਦਾਜ਼ਿਆਂ ਦਾ ਬਾਜ਼ਾਰ ਬਹੁਤ ਵੱਡੇ ਪੱਧਰ ਦੇ ਉੱਤੇ ਗਰਮ ਹੋ ਜਾਂਦਾ। ਹੁਣ ਫਿਰ ਖਬਰ ਆਈ ਕਿ ਆਮ ਆਦਮੀ ਪਾਰਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਜਾਣ ਦੀ ਤਿਆਰੀ ਕਰ ਚੁੱਕੇ ਆ। ਪ੍ਰਸ਼ਾਂਤ ਕਿਸ਼ੋਰ ਦੇ ਵੱਲੋਂ ਪੁਲ ਦੀ ਭੂਮਿਕਾ ਯਾਨੀ ਕਿ ਵਿਚੋਲੇ ਦੀ ਭੂਮਿਕਾ ਅਦਾ ਕੀਤੀ ਜਾ ਰਹੀ ਹੈ। ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਆਮ ਆਦਮੀ ਪਾਰਟੀ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਬਣਾਇਆ ਜਾਣਾ। ਕੇਜਰੀਵਾਲ ਹੋਰਾਂ ਦੇ ਨਾਲ ਗੱਲਬਾਤ ਅੰਦਰ ਖਾਤੇ ਹੋ ਚੁੱਕੀ ਆ। ਪਰ ਹੁਣ ਇਸ ਗੱਲ ਦੇ ਉੱਤੇ ਵੀ ਨਵੀਂ ਪ੍ਰਤੀਕਿਰਿਆ ਆ ਗਈ ਹੈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਇਹਦੇ ਮੁਤਲਕ ਕੋਈ ਜਾਣਕਾਰੀ ਨਹੀਂ ਦਿੱਤੀ। ਨਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੈਂ ਆਪ ਦੇ ਵਿੱਚ ਚੱਲਿਆ, ਨਾ ਇਹ ਗੱਲ ਕਹੀ ਆ ਕਿ ਮੈਂ ਨਹੀਂ ਚੱਲਿਆ, ਨਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੈਂ ਕਾਂਗਰਸ ਦੇ ਵਿੱਚ ਸੰਤੁਸ਼ਟ ਹਾਂ, ਨਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੈਂ ਅਸੰਤੁਸ਼ਟ ਹਾਂ। ਪਰ ਡਾਕਟਰ ਰਾਜਕੁਮਾਰ ਵੇਰਕਾ ਨੇ ਇਹ ਗੱਲ ਕਹੀ ਹੈ ਕਿ ਸਿੱਧੂ ਸਾਡਾ, ਸਿੱਧੂ ਕਿਤੇ ਨਹੀਂ ਚੱਲਿਆ। ਸਿੱਧੂ ਦੇ ਬਾਬਤ ਐਵੇਂ ਅੰਦਾਜ਼ੇ ਲੱਗ ਰਹੇ ਆ ਸਿੱਧੂ ਕਾਂਗਰਸ ਦਾ ਵਫਾਦਾਰ ਹੈ। ਪਰ ਸਾਡੇ ਮਨ ਦੇ ਵਿੱਚ ਸਵਾਲ ਇਹ ਹੈ ਕਿ ਕੀ ਕਾਂਗਰਸ ਵੀ ਸਿੱਧੂ ਦੇ ਪ੍ਰਤੀ ਵਫਾਦਾਰ ਹੈ? ਪਹਿਲਾਂ ਇਸ ਸਵਾਲ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸਾਬਕਾ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਨੇਤਾ ਨਵਜੋਤ ਸਿੰਘ ਸਿੱਧੂ ਦੀ ਪਾਰਟੀ ਤੇ ਸਰਕਾਰ ਦੇ ਨਾਲੋਂ ਵੱਧ ਰਹੀਆਂ ਦੂਰੀਆਂ ਦੇ ਉੱਤੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਚਰਚਾ ਸੀ ਕਿ ਸਿੱਧੂ ਛੇਤੀ ਹੀ ਆਮ ਆਦਮੀ ਪਾਰਟੀ ਦੇ ਵਿੱਚ ਜਾ ਸਕਦੇ ਨੇ। ਇਸ ਸੰਬੰਧੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਮਿਲ ਕੇ ਚਰਚਾ ਕੀਤੀ ਹੈ, ਪਰ ਇਹ ਸਿਰਫ ਤੇ ਸਿਰਫ ਚਰਚਾ ਹੀ ਹੈ। ਕਾਂਗਰਸ ਦੇ ਸੀਨੀਅਰ ਨੇਤਾ ਡਾਕਟਰ ਰਾਜਕੁਮਾਰ ਵੇਰਕਾ ਦੇ ਜ਼ਰੀਏ ਸਿੱਧੂ ਨੇ ਸਪਸ਼ਟ ਕੀਤਾ ਕਿ ਇਹੋ ਜਿਹੀ ਕੋਈ ਵੀ ਗੱਲ ਨਹੀਂ ਹੈ। ਮੈਂ ਕਾਂਗਰਸ ਛੱਡ ਕੇ ਕਿਤੇ ਨਹੀਂ ਜਾ ਰਿਹਾ। ਨਾ ਤਾਂ ਪ੍ਰਸ਼ਾਂਤ ਕਿਸ਼ੋਰ ਨਾਲ ਹੀ ਗੱਲ ਹੋਈ ਹੈ ਤੇ ਨਾ ਹੀ ਆਪ ਦੇ ਕਿਸੇ ਸੀਨੀਅਰ ਨੇਤਾ ਨੂੰ ਹਾਲ ਦੀ ਘੜੀ ਮੈਂ ਮਿਲਿਆ ਹਾਂ। ਕੁਝ ਲੋਕ ਮੇਰੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਬੰਧਾਂ ਦੇ ਕਾਰਨ ਇਹੋ ਜਿਹੀਆਂ ਗੱਲਾਂ ਮੀਡੀਆ ਦੇ ਵਿੱਚ ਫੈਲਾ ਰਹੇ ਨੇ। ਦੂਜੇ ਪਾਸੇ ਸੂਤਰਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਕਾਂਗਰਸ ਹਾਈ ਕਮਾਂਡ ਜੁਲਾਈ ਦੇ ਵਿੱਚ ਸਿੱਧੂ ਨੂੰ ਪਾਰਟੀ ਦੇ ਵਿੱਚ ਨਵੀਂ ਜ਼ਿੰਮੇਵਾਰੀ ਸੌਂਪ ਸਕਦੀ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਿੱਧੂ ਦੀ ਆਮ ਆਦਮੀ ਪਾਰਟੀ ਦੇ ਕਿਸੇ ਵੀ ਵੱਡੇ ਨੇਤਾ ਨਾਲ ਕੋਈ ਗੱਲ ਹਾਲੇ ਤੱਕ ਨਹੀਂ ਹੋਈ। ਇਹ ਸਭ ਅਫਵਾਹਾਂ ਨੇ ਕਿ ਸਿੱਧੂ ਨੇ ਆਪ ਦੇ ਵਿੱਚ ਆਉਣ ਦੇ ਲਈ ਤੇ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਕੀਤੀ ਹੈ। ਪਾਰਟੀ ਵਿੱਚ ਬਿਨਾਂ ਸ਼ਰਤ ਕੋਈ ਵੀ ਆ ਸਕਦਾ ਹੈ। ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਸੀਨੀਅਰ ਨੇਤਾ ਸਿੱਧੂ ਪਾਰਟੀ ਛੱਡਣ ਦਾ ਕੋਈ ਕਦਮ ਚੁੱਕ ਰਹੇ ਹੋਣਗੇ। ਹਾਂ, ਨਿੱਜੀ ਕਾਰਨਾਂ ਦੇ ਕਰਕੇ ਪਾਰਟੀ ਤੋਂ ਉਹ ਸਰਗਰਮ ਨਹੀਂ ਹੈ ਤੇ ਦੂਰੀ ਬਣਾ ਕੇ ਬੈਠੇ ਹੋਏ ਨੇ। ਪਾਰਟੀ ਦਾ ਸੰਗਠਿਤ ਰਹਿਣਾ ਬੜਾ ਜ਼ਰੂਰੀ ਹੈ। ਇਸ ਲਈ ਜੋ ਵੀ ਜ਼ਰੂਰੀ ਹੋਵੇਗਾ ਅਸੀਂ ਉਹਦੇ ਲਈ ਯਤਨ ਕਰਾਂਗੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਦੋਂ ਇਸ ਖਬਰ ਦੇ ਵਿੱਚ ਇਹ ਵੇਰਵਾ ਆਉਂਦਾ ਕਿ ਡਾਕਟਰ ਰਾਜਕੁਮਾਰ ਵੇਰਕਾ ਨੇ ਨਵਜੋਤ ਸਿੰਘ ਸਿੱਧੂ ਦੇ ਹਵਾਲੇ ਨਾਲ ਇਹ ਗੱਲ ਕਹੀ ਆ ਤਾਂ ਮਨ ਦੇ ਵਿੱਚ ਇਹ ਸਵਾਲ ਉੱਠਣਾ ਕੁਦਰਤੀ ਹੈ ਕਿ ਇਹ ਗੱਲ ਸਿੱਧੂ ਹੋਰੀ ਖੁਦ ਕਿਉਂ ਨਹੀਂ ਕਹਿ ਰਹੇ। ਜਦੋਂ ਇਹ ਗੱਲ ਕਹੀ ਜਾਂਦੀ ਹੈ ਕਿ ਸਿੱਧੂ ਹੋਰਾਂ ਨੇ ਡਾਕਟਰ ਰਾਜਕੁਮਾਰ ਵੇਰਕਾ ਦੇ ਰਾਹੀਂ ਇਹ ਉੱਤਰ ਦਿੱਤਾ ਤਾਂ ਫਿਰ ਸਵਾਲ ਉੱਠਣਾ ਕੁਦਰਤੀ ਹੈ ਕਿ ਸਿੱਧੂ ਸਾਹਿਬ ਨੇ ਜਿਹੜੇ ਕਿ ਹਰ ਵਿਸ਼ੇ ਦੇ ਉੱਤੇ ਅੱਧਾ ਪੌਣਾ ਘੰਟਾ ਬੋਲ ਸਕਦੇ ਆ, ਉਹ ਇਸ ਮਾਮਲੇ ਦੇ ਉੱਤੇ 2 ਮਿੰਟ ਆਪ ਕਿਉਂ ਨਹੀਂ ਬੋਲੇ। ਸੋ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੱਡਾ ਧਮਾਕਾ ਤਾਂ ਹੋਣਾ ਹੀ ਹੋਣਾ, ਇਹ ਤਾਂ ਗੱਲ ਤੈਅ ਹੈ। ਆ ਕਰੋਨਾ ਮਹਾਮਾਰੀ ਦੇ ਕਰਕੇ ਪੰਜਾਬ ਦੀਆਂ ਕਈ ਰਾਜਨੀਤਿਕ ਸਰਗਰਮੀਆਂ ਦਬ ਗਈਆਂ। ਇਸ ਮਹਾਮਾਰੀ ਨੇ ਰੋਕ ਲਈਆਂ ਪਰ ਆਉਂਦੇ ਸਮੇਂ ਦੇ ਵਿੱਚ ਇਹ ਰੁਕਣੀਆਂ ਨਹੀਂ। ਇਹ ਗੱਲ ਪੱਥਰ ਦੇ ਉੱਤੇ ਲਕੀਰ ਵਾਲੀ ਹੈ ਕਿਉਂਕਿ 1.5 ਸਾਲ ਦਾ ਸਮਾਂ ਰਹਿ ਗਿਆ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ। ਹੁਣ ਤੋਂ ਸਰਗਰਮੀ ਫੜੀ ਜਾਏਗੀ। ਹੁਣ ਤੋਂ ਜੇਕਰ ਕੋਈ ਪਾਰਟੀ 65 ਬਣਾਉਣ ਦੀ ਕੋਸ਼ਿਸ਼ ਕਰੂਗੀ ਸ਼ਾਇਦ 1.5 ਸਾਲ ਬਾਅਦ ਵੋਟਾਂ ਤੱਕ ਉਹਦਾ ਕੋਈ ਨਾ ਕੋਈ ਪ੍ਰਭਾਵ ਨਜ਼ਰ ਆਵੇ। ਜੇਕਰ ਮੌਕੇ ਦੇ ਉੱਤੇ ਕੋਈ ਚਮਤਕਾਰ ਕਰਨ ਦੀ ਗੱਲ ਕਹੀ ਜਾਵੇ ਤਾਂ ਇਦਾਂ ਹੋਣਾ ਨਹੀਂ। ਇਸ ਚਮਤਕਾਰ ਦੀ ਆਸ ਕੁਝ ਕੁ ਲੋਕਾਂ ਨੇ ਮਹਾਗਠਜੋੜ ਪੰਜਾਬ ਦੇ ਵਿੱਚ ਬਣਾ ਕੇ ਲੋਕ ਸਭਾ ਦੀਆਂ ਚੋਣਾਂ ਦੇ ਮੌਕੇ ਵੱਖ-ਵੱਖ ਥਾਵਾਂ ਤੋਂ ਚੋਣ ਲੜੀ ਵੀ, ਪਰ ਉਹਨਾਂ ਨੂੰ ਕਿੰਨੀ ਕੁ ਸਫਲਤਾ ਮਿਲੀ ਆਪਾਂ ਜਾਣਦੇ। ਲੋਕ ਚਾਹੁੰਦੇ ਆ ਕਿ ਲੰਮੇ ਸਮੇਂ ਤੋਂ ਸਾਡੇ ਵਿੱਚ ਵਿਚਰ ਰਿਹਾ ਹੋਵੇ ਉਹ ਵਿਅਕਤੀ, ਜੇਕਰ ਅਸੀਂ ਤੀਜੇ ਬਦਲ ਦੀ ਗੱਲ ਵੀ ਕਰਦੇ ਤਾਂ। ਪਰ ਉਸ ਤੋਂ ਅਗਲੀ ਗੱਲ ਇਹ ਹੈ ਕਿ ਜਦੋਂ ਹੁਣ ਸੁਨੀਲ ਜਾਖੜ ਹੋਰੀ ਵੀ ਕਹਿ ਰਹੇ ਆ ਤੇ ਇਸ ਵਕਤ ਹਰਪਾਲ ਸਿੰਘ ਚੀਮਾ ਵੀ ਕਹਿ ਰਹੇ ਆ, ਸਭ ਦੇ ਆਪੋ ਆਪਣੇ ਬਿਆਨ ਸਾਹਮਣੇ ਆਏ ਆ। ਇੱਕ ਗੱਲ ਜ਼ਰੂਰ ਸਾਫ਼ ਕਰਨੀ ਬਣਦੀ ਹੈ ਕਿ ਜੇਕਰ ਆਮ ਆਦਮੀ ਪਾਰਟੀ ਨੂੰ ਭਵਿੱਖ ਦੇ ਵਿੱਚ ਹੁਲਾਰਾ ਚਾਹੀਦਾ ਤਾਂ ਪੰਜਾਬ ਦੇ ਵਿੱਚ ਕਈ ਇਹੋ ਜਿਹੇ ਨੇਤਾ ਜਿਹੜੇ ਕਿ ਬੇਦਾਗ ਆ, ਜਿਹੜੇ ਕਿ ਜਜ਼ਬਾ ਰੱਖਦੇ ਬੋਲਣ ਦਾ, ਜਿਨ੍ਹਾਂ ਦੇ ਕੋਲੇ ਤੱਥ ਆ, ਜਿਹੜੇ ਕਿ ਸੱਤਾਧਾਰੀ ਧਿਰ ਨੂੰ ਘੇਰ ਸਕਦੇ ਆ। ਪਰ ਜੇਕਰ ਉਹਨਾਂ ਦੇ ਰਾਹ ਦੇ ਵਿੱਚ ਕੋਈ ਅੜਿੱਕਾ ਨਾ ਪਊਗਾ ਤਾਂ ਪੰਜਾਬ ਦੇ ਵਿੱਚ ਕੁਝ ਨਾ ਕੁਝ ਵੱਡਾ ਬਦਲ ਹੋ ਸਕਦਾ ਹੈ। ਤੇ ਜੇਕਰ ਅਸੀਂ ਇਸ ਵਕਤ ਵੀ ਮੁੱਖ ਮੰਤਰੀ ਦੀ ਕੁਰਸੀ ਦੇ ਪਾਵੇ ਨੂੰ ਹੱਥ ਪਾਉਣ ਦੀ ਗੱਲ ਕਰਾਂਗੇ ਤਾਂ ਪੰਜਾਬ ਦੇ ਲੋਕਾਂ ਨੇ ਉਹ ਪੈੜ ਨਹੀਂ ਦੇਣਾ। ਇਸ ਵਕਤ ਆਮ ਆਦਮੀ ਪਾਰਟੀ ਨੂੰ ਬਿਲਕੁਲ ਆਪਦੇ ਅਹੁਦੇ ਜਿਹੜੇ
ਉਹਨਾਂ ਨੂੰ ਭੁੱਲ ਕੇ ਸਾਨੂੰ ਐਮਐਲਏ ਦੀ ਕੁਰਸੀ ਮਿਲ ਜੇ, ਸਾਨੂੰ ਆਹ ਚੀਜ਼ ਮਿਲ ਜੇ। ਉਹਨਾਂ ਨੂੰ ਚਾਹੀਦਾ ਕਿ ਉਹ ਜ਼ਮੀਨ ਦੇ ਉੱਤੇ ਆ ਕੇ ਸੱਚੇ ਦਿਲੋਂ ਲੜਾਈ ਲੜਨ। ਨਵਜੋਤ ਸਿੰਘ ਸਿੱਧੂ ਨੂੰ ਜੇਕਰ ਜੁਲਾਈ ਦੇ ਵਿੱਚ ਜਾਂ ਅਗਸਤ ਦੇ ਵਿੱਚ ਜਾਂ ਕਿਸੇ ਵੀ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਵੱਡੀ ਜ਼ਿੰਮੇਵਾਰੀ ਮਿਲਦੀ ਹੈ, ਇਹ ਵਕਤ ਦੱਸੂਗਾ ਕਿ ਉਹ ਜ਼ਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿੰਨੀ ਕੁ ਸੰਤੁਸ਼ਟੀ ਵਾਲੀ ਲੱਗਦੀ ਹੈ, ਉਹ ਕਿੰਨਾ ਕੁ ਉਹਦੇ ਉੱਤੇ ਦਿਲੀ ਤੌਰ ਦੇ ਉੱਤੇ ਖੁਸ਼ ਹੁੰਦੇ ਆ। ਪਰ ਮੇਰੇ ਮਨ ਦੇ ਵਿੱਚ ਕੱਲ੍ਹ ਇਹ ਸਵਾਲ ਜ਼ਰੂਰ ਉੱਠਦਾ ਸੀ ਕਿ ਜਦੋਂ ਵੀ ਇਹੋ ਜਿਹੀਆਂ ਖਬਰਾਂ ਕਿਸੇ ਨੇਤਾ ਬਾਰੇ ਆਉਂਦੀਆਂ ਕਿ ਉਹ ਫਲਾਣੀ ਪਾਰਟੀ ਦੇ ਵਿੱਚ ਜਾ ਰਿਹਾ, ਇੱਕ ਉਹਦੇ ਪਿੱਛੇ ਕਾਰਨ ਇਹ ਵੀ ਹੁੰਦਾ ਕਿ ਉਹ ਅਸਿੱਧੇ ਤਰੀਕੇ ਦੇ ਨਾਲ ਆਪਣੀ ਸੰਬੰਧਿਤ ਪਾਰਟੀ ਦੇ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਕਿ ਮੇਰੇ ਬਾਰੇ ਹਾਲੇ ਵੀ ਸੋਚ ਲਓ, ਨਹੀਂ ਤਾਂ ਆਪਾਂ ਚੱਲੇ ਆ। ਹੁਣ ਵਕਤ ਦੱਸੂ ਕਿ ਨਵਜੋਤ ਸਿੰਘ ਸਿੱਧੂ ਕਿਹੜੇ ਪਾਸੇ ਦੀ ਉਡਾਰੀ ਮਾਰਦੇ ਆ, ਜਾਂ ਕਾਂਗਰਸ ਦੇ ਵਿੱਚ ਹੀ ਉਹਨਾਂ ਨੂੰ ਕੋਈ ਮਹੱਤਵਪੂਰਨ ਭੂਮਿਕਾ ਮਿਲਦੀ ਹੈ। ਪੂਰਾ ਪੰਜਾਬ ਇਸ ਵਕਤ ਬਿਜਲੀ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੇ ਕਰਕੇ ਪਰੇਸ਼ਾਨ ਹੈ। ਪੰਜਾਬ ਦੇ ਲੋਕਾਂ ਦੀ ਇਸ ਪਰੇਸ਼ਾਨੀ ਨੂੰ ਸਮਝਣ ਵਾਲਾ ਕੋਈ ਵੀ ਨਹੀਂ, ਤੇ ਪੰਜਾਬ ਦੇ ਲੋਕ ਵੀ 2 ਹਫ਼ਤੇ ਰੌਲਾ ਰੱਪਾ ਪਾ ਕੇ ਜਾਂ ਸੱਥਾਂ ਦੇ ਵਿੱਚ ਬੈਠ ਕੇ ਚਰਚਾ ਕਰਕੇ, ਜਾਂ ਫਿਰ ਪਾਰਕਾਂ ਦੇ ਵਿੱਚ ਬੈਠ ਕੇ ਚਰਚਾ ਕਰਕੇ, ਤੇ ਜਾਂ ਘਰਾਂ ਦੇ ਵਿੱਚ ਚਰਚਾ ਕਰਕੇ ਤੇ ਗੱਲ ਦੇ ਉੱਤੇ ਮਿੱਟੀ ਪਾ ਦਿੰਦੇ ਆ। ਸਰਕਾਰ ਦਾ ਹੌਸਲਾ ਬੁਲੰਦ ਸਿਰਫ ਹੁਣ ਦੀ ਨਹੀਂ, ਪਿਛਲੀ ਸਰਕਾਰ ਦੇ ਮੌਕੇ ਵੀ ਲੋਕਾਂ ਦੀ ਇਹੀ ਅਦਾਇਗੀ ਸੀ। ਪਰ ਹੁਣ ਦਰਬਾਰ ਸਾਹਿਬ ਦੇ ਵੱਲੋਂ ਖਬਰ ਆਈ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਬਿਜਲੀ ਦੀਆਂ ਕੀਮਤਾਂ ਦੇ ਵਿੱਚ ਜੋ ਵਾਧਾ ਹੋ ਰਿਹਾ ਜਾਂ ਜੋ ਵਾਧਾ ਕਰ ਦਿੱਤਾ ਗਿਆ, ਉਹਦੇ ਕਰਕੇ ਗੁਰੂ ਦੀ ਗੋਲਕ ਦੇ ਉੱਤੇ ਵੀ ਬੋਝ ਪਿਆ। ਇਹ ਗੱਲ ਕਹੀ ਗਈ ਹੈ ਕਿ 2000 ਯੂਨਿਟ ਪ੍ਰਤੀ ਮਹੀਨੇ ਦੇ ਹਿਸਾਬ ਦੇ ਨਾਲ ਤਾਂ ਸੂਬੇ ਦੀ ਸਰਕਾਰ ਦੇ ਵੱਲੋਂ ਦਰਬਾਰ ਸਾਹਿਬ ਦੀ ਬਿਜਲੀ ਮਾਫ ਹੈ, ਪਰ ਇੱਥੇ ਖਪਤ ਹੁੰਦੀ ਹੈ 1 ਲੱਖ ਯੂਨਿਟ ਦੇ ਕਰੀਬ ਹਰ ਮਹੀਨੇ। ਕਹਿਣ ਦਾ ਭਾਵ ਇਹ ਹੈ ਕਿ ਸਰਾਵਾਂ ਦੇ ਵਿੱਚ ਬਿਜਲੀ ਹੈ ਜਿਹੜੀ ਉਹਦੀ ਬਹੁਤ ਖਪਤ ਹੁੰਦੀ ਹੈ, ਹਸਪਤਾਲ ਹੈ ਜਾਂ ਸਕੂਲ ਹੈ ਜਾਂ ਇਮਾਰਤਾਂ ਜਾਂ ਹੋਰ ਕਈ ਥਾਵਾਂ ਇਹੋ ਜਿਹੀਆਂ ਦਫ਼ਤਰ ਹੈ ਕਈ, ਜਿਹਦੇ ਕਰਕੇ ਲੱਖਾਂ ਯੂਨਿਟ ਬਿਜਲੀ ਹੈ ਜਿਹੜੀ ਉਹ ਖਪਤ ਹੁੰਦੀ ਹੈ। ਪਰ ਇਹਦੇ ਲਈ ਜਦੋਂ ਹੁਣ ਐਤਕੀ ਆਪਾਂ ਜਾਣਦੇ ਕਰੋਨਾ ਮਹਾਮਾਰੀ ਦੇ ਕਰਕੇ ਗੋਲਕਾਂ ਦੇ ਵਿੱਚ ਦਾਨ ਘੱਟ ਆ ਰਿਹਾ, ਸੰਗਤ ਘੱਟ ਆ ਰਹੀ ਹੈ, ਲੋਕਾਂ ਦੇ ਕੋਲੇ ਪੈਸੇ ਦੀ ਕਟੌਤੀ ਵੀ ਹੋਈ ਹੈ, ਤਾਂ ਜਿਹੜਾ ਹੁਣ ਬਿਜਲੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ, ਇਹਦੇ ਕਰਕੇ ਦਰਬਾਰ ਸਾਹਿਬ ਦੀ ਗੋਲਕ ਦੇ ਉੱਤੇ, ਗੁਰੂ ਦੀ ਗੋਲਕ ਦੇ ਉੱਤੇ ਵੀ ਬਹੁਤ ਵੱਡਾ ਅਸਰ ਪੈਣਾ। ਇਹਦੇ ਮੁਤਲਕ ਕਈ ਤਰ੍ਹਾਂ ਦੇ ਕਈ ਲੋਕਾਂ ਦੇ ਵਿਚਾਰ ਨੇ, ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸ਼੍ਰੀ ਦਰਬਾਰ ਸਾਹਿਬ ਸਮੂਹ ਦੀਆਂ ਬਿਜਲੀ ਦਰਾਂ ਦੇ ਵਿੱਚ ਸਰਕਾਰ ਦੇ ਵੱਲੋਂ ਵਾਧਾ ਕਰ ਦਿੱਤਾ ਗਿਆ, ਜਿਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਰੋਧ ਕੀਤਾ। ਸ਼੍ਰੋਮਣੀ ਕਮੇਟੀ ਨੇ ਸਰਕਾਰ ਨੂੰ ਕਿਹਾ ਕਿ ਉਹ ਇਸ ਫੈਸਲੇ ਦੇ ਉੱਤੇ ਮੁੜ ਵਿਚਾਰ ਕਰੇ। ਪਾਵਰਕਾਮ ਦੇ ਵੱਲੋਂ ਦਰਬਾਰ ਸਾਹਿਬ ਸਮੂਹ ਦੀਆਂ ਬਿਜਲੀ ਦਰਾਂ ਦੇ ਵਿੱਚ ਪਹਿਲਾਂ 12 ਪੈਸੇ ਪ੍ਰਤੀ ਯੂਨਿਟ ਵਾਧਾ ਕੀਤਾ ਗਿਆ ਸੀ, ਤੇ ਹੁਣ ਅਪ੍ਰੈਲ ਤੋਂ ਬਾਅਦ ਮੁੜ 5 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ। ਬਿਜਲੀ ਦਰਾਂ ਦੇ ਵਿੱਚ ਕੀਤੇ ਗਏ ਵਾਧੇ ਨਾਲ ਗੁਰੂ ਦੀ ਗੋਲਕ ਦੇ ਉੱਤੇ ਲਗਭਗ 10 ਲੱਖ ਰੁਪਏ ਸਾਲਾਨਾ ਵਾਧੂ ਬੋਝ ਪੈਣ ਦਾ ਅੰਦਾਜ਼ਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਕਿਹਾ ਕਿ ਹਰਮੰਦਰ ਸਾਹਿਬ ਸਮੂਹ ਵਿਖੇ ਲਗਭਗ 10 ਲੱਖ ਯੂਨਿਟ ਪ੍ਰਤੀ ਮਹੀਨਾ ਖਪਤ ਹੁੰਦੀ ਹੈ। ਪਿਛਲੇ ਵਰੇ ਮਈ ਦੇ ਵਿੱਚ ਬਿਜਲੀ ਦਰਾਂ 5 ਰੁਪਏ 94 ਪੈਸੇ ਪ੍ਰਤੀ ਯੂਨਿਟ ਸਨ, ਪਰ ਪਾਵਰਕਾਮ ਦੇ ਵੱਲੋਂ ਇਹਨਾਂ ਦਰਾਂ ਦੇ ਵਿੱਚ 12 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕਰ ਦਿੱਤਾ ਗਿਆ, ਜਿਸ ਕਰਕੇ ਰੇਟ 6 ਰੁਪਏ ਤੇ 6 ਪੈਸੇ ਹੋ ਗਿਆ। ਹੁਣ ਮੁੜ 5 ਪੈਸੇ ਪ੍ਰਤੀ ਯੂਨਿਟ ਰੇਟ ਦੇ ਵਿੱਚ ਵਾਧਾ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਗੁਰੂ ਘਰ ਨੂੰ 2000 ਬਿਜਲੀ ਯੂਨਿਟ ਪ੍ਰਤੀ ਮਹੀਨਾ ਮੁਫਤ ਦਿੱਤੀ ਜਾਂਦੀ ਹੈ, ਤੇ ਇਸ ਤੋਂ ਉੱਪਰ ਹੋਣ ਵਾਲੀ ਬਿਜਲੀ ਖਪਤ ਦੇ ਉੱਤੇ ਬਿੱਲ ਭੇਜਿਆ ਜਾਂਦਾ ਹੈ। ਹਰਮੰਦਰ ਸਾਹਿਬ ਸਮੂਹ ਦੇ ਵਿੱਚ ਗੁਰੂ ਘਰ ਤੋਂ ਇਲਾਵਾ ਸਰਾਵਾਂ, ਲੰਗਰ ਘਰ, ਸ਼੍ਰੋਮਣੀ ਕਮੇਟੀ ਦਾ ਦਫ਼ਤਰ ਤੇ ਹੋਰ ਇਮਾਰਤਾਂ ਸ਼ਾਮਲ ਨੇ, ਜਿੱਥੇ ਲਗਭਗ 10 ਲੱਖ ਯੂਨਿਟ ਪ੍ਰਤੀ ਮਹੀਨਾ ਦੀ ਬਿਜਲੀ ਖਪਤ ਹੈ। ਉਹਨਾਂ ਨੇ ਕਿਹਾ ਕਿ ਬਿਜਲੀ ਦਰਾਂ ਦੇ ਵਿੱਚ ਕੀਤੇ ਗਏ ਵਾਧੇ ਦਾ ਬੋਝ ਗੁਰੂ ਘਰ ਦੇ ਖਜ਼ਾਨੇ ਉੱਤੇ ਪਵੇਗਾ, ਜਿਸ ਨਾਲ ਪ੍ਰਤੀ ਮਹੀਨਾ 60,000 ਤੋਂ ਵੱਧ ਰਕਮ ਦਾ ਭੁਗਤਾਨ ਕਰਨਾ ਪਵੇਗਾ। ਉਹਨਾਂ ਨੇ ਕਿਹਾ ਕਿ ਸਰਕਾਰ ਇਸ ਫੈਸਲੇ ਦੇ ਉੱਤੇ ਮੁੜ ਵਿਚਾਰ ਕਰੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਇਹ ਕਹਿਣੀ ਬਣਦੀ ਹੈ ਕਿ ਸਰਕਾਰ ਦੇ ਵੱਲੋਂ, ਪਾਵਰਕਾਮ ਮਹਿਕਮੇ ਦੇ ਵੱਲੋਂ ਤਾਂ ਪੰਜਾਬ ਦੇ ਸਾਰੇ ਵਰਗਾਂ ਨੂੰ ਨਪੀੜ ਕੇ ਰੱਖ ਦਿੱਤਾ ਗਿਆ। ਕੋਈ ਅਦਾਰਾ ਇਹੋ ਜਿਹਾ ਨਹੀਂ, ਭਾਵੇਂ ਧਾਰਮਿਕ ਹੋਵੇ ਤੇ ਭਾਵੇਂ ਕਾਰੋਬਾਰੀ ਹੋਵੇ, ਜਿਹਨੂੰ ਨਪੀੜਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਕਿਆ ਕੁਝ ਹੋਰ ਗਿਆ ਸੀ। ਇਸ ਵਕਤ ਸਰਕਾਰ ਆਉਣ ਤੋਂ ਬਾਅਦ ਲੋਕਾਂ ਦੀ ਆਰਥਿਕਤਾ ਜਿਵੇਂ ਝੰਬੀ ਗਈ ਹੈ, ਤੇ ਜਿਸ ਤਰੀਕੇ ਨਾਲ ਜੇਬ ਦੇ ਉੱਤੇ ਡਾਕਾ ਪੈ ਰਿਹਾ, ਕਦੇ ਬੱਸਾਂ ਦੇ ਭਾੜੇ ਦੇ ਮਾਮਲੇ ਦੇ ਵਿੱਚ, ਤੇ ਕਦੇ ਕੋਈ ਹੋਰ ਨਵਾਂ ਟੈਕਸ ਲਾ ਕੇ, ਤੇ ਕਦੇ ਬਿਜਲੀ ਦੀਆਂ ਕੀਮਤਾਂ ਦੇ ਮਾਮਲੇ ਦੇ ਵਿੱਚ, ਆਪਾਂ ਸਾਰਾ ਕੁਝ ਜਾਣਦੇ ਹਾਂ। ਸਾਨੂੰ ਇਸ ਗੱਲ ਦਾ ਦਿਲੀ ਤੌਰ ਤੇ ਦੁੱਖ ਹੈ ਕਿ ਦਰਬਾਰ ਸਾਹਿਬ ਦੀਆਂ ਗੋਲਕਾਂ ਦੇ ਉੱਤੇ ਵੀ ਇਹਦਾ ਅਸਰ ਪੈ ਰਿਹਾ। ਪਰ ਇੱਕ ਬੇਨਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਬਾਕੀ ਜਥੇਦਾਰ ਸਾਹਿਬਾਨ ਨੂੰ ਤੇ ਅਧਿਕਾਰੀਆਂ ਨੂੰ ਜ਼ਰੂਰ ਕਰਨੀ ਬਣਦੀ ਹੈ ਕਿ ਜਦੋਂ ਗੁਰੂ ਦੀ ਗੋਲਕ ਦੇ ਨਾਲ ਇੰਨਾ ਕੁਝ ਚੱਲ ਰਿਹਾ, ਜਦੋਂ ਲੋਕਾਂ ਦੇ ਵੱਲੋਂ ਦਾਨ ਕੀਤੇ ਗਏ ਪੈਸੇ ਦੇ ਨਾਲ ਇੰਨਾ ਵੱਡਾ ਅਦਾਰਾ ਚੱਲ ਰਿਹਾ, ਜਦੋਂ ਹਰ ਥਾਂ ਦੇ ਉੱਤੇ ਲੋਕ ਆ ਜਿਹੜੇ ਉਹ ਆਪਣੀ ਆਸਥਾ ਦੇ ਮੁਤਾਬਕ ਦਸਵੰਧ ਵੀ ਪਾਉਂਦੇ ਆ, ਹਰ ਰੋਜ਼ ਲੋਕ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਮੱਥਾ ਟੇਕਦੇ ਆ, ਤਾਂ ਜੇਕਰ 60,000 ਰੁਪਈਆ ਆਪਣੇ ਉੱਤੇ ਪ੍ਰਤੀ ਮਹੀਨਾ ਹੋਰ ਵਾਧੂ ਬੋਝ ਪੈ ਜਾਊ, ਇਹ ਕੋਈ ਬਹੁਤੀ ਵੱਡੀ ਰਕਮ ਨਹੀਂ।
ਇਹ $1000 ਵੀ ਨਹੀਂ ਬਣਦਾ ਜੇਕਰ ਕੋਈ ਅਮਰੀਕੀ ਸੱਜਣ ਦੇਣਾ ਚਾਹਵੇ। ਅਮਰੀਕਾ ਦੇ ਵਿੱਚ ਵਸਦੇ ਹੋਏ ਕਿਸੇ ਇੱਕ ਸੱਜਣ ਦੇ $1000 ਦੇ ਨਾਲ ਇੱਕ ਮਹੀਨਾ ਨਿਕਲ ਜਾਂਦਾ, ਜਿਹੜਾ ਕਿ ਵਾਧੂ ਬੋਝ ਪਿਆ। ਸੋ ਮੇਰੇ ਖਿਆਲ ਦੇ ਮੁਤਾਬਕ ਤਾਂ ਆਪਾਂ ਨੂੰ ਸਰਕਾਰਾਂ ਦੇ ਮੂਹਰੇ ਹੱਥ ਅੱਡਣ ਦੀ ਥਾਂ ਦੇ ਉੱਤੇ ਆਪਾਂ ਆਪਦੀ ਗੱਲ ਪੇਸ਼ ਕਰ ਲਈ। ਆਪਾਂ ਉਹਨਾਂ ਨੂੰ ਕਹਾਂਗੇ ਜੀ ਕਿ ਤੁਸੀਂ ਇਹ 60000 ਰੁਪਇਆ ਜਿਹੜਾ ਸਾਡੇ ਉੱਤੇ ਬੋਝ ਪਾਇਆ ਇਹਨੂੰ ਵਾਪਸ ਲਓ, ਫਿਰ ਉਹ ਸਾਡੇ ਉੱਤੇ ਅਹਿਸਾਨ ਕਰਨ। ਇਹਦੇ ਉੱਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਕਿਸੇ ਨੂੰ ਵੀ। ਲੋਕ ਜਦੋਂ ਇੰਨਾ ਕੁਝ ਚਲਾ ਰਹੇ ਆ ਤਾਂ ਲੋਕ ਇਹ ਵੀ ਕੁਝ ਚਲਾ ਦੇਣਗੇ, ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਆ। ਪਰ ਸਾਡੀਆਂ ਸਰਕਾਰਾਂ ਨੂੰ ਵੈਸੇ ਕੁੱਲ ਹਰ ਥਾਂ ਦੇ ਉੱਤੇ ਚਾਹੀਦਾ ਕਿ ਕੀਤੇ ਹੋਏ ਵਾਅਦੇ ਦੇ ਮੁਤਾਬਕ ਸਭ ਕੁਝ ਕੀਤਾ ਜਾਵੇ, ਲੋਕਾਂ ਦੇ ਉੱਤੇ ਬੋਝ ਨਾ ਪਾਏ ਜਾਣ, ਅਦਾਰੇ ਆ ਜਿਹੜੇ ਉਹ ਨਾ ਦੱਬੇ ਜਾਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜੇਕਰ ਬਾਕੀ ਸਾਰਾ ਕੁਝ ਮੈਨੇਜ ਕੀਤਾ ਜਾਂਦਾ ਤਾਂ 60000 ਰੁਪਏ ਦੀ ਰਕਮ ਵੀ ਕੋਈ ਬਹੁਤੀ ਨਹੀਂ, ਕਿਉਂਕਿ ਗੁਰੂ ਦੀ ਗੋਲਕ ਦੇ ਨਾਲ ਹੀ ਪਹਿਲਾਂ ਖਰਚੇ ਚੱਲਦੇ ਆ, ਹੁਣ ਵੀ ਚੱਲੇ ਜਾਣੇ ਆ। ਸਰਕਾਰ ਦੇ ਮੂਹਰੇ ਮੇਰਾ ਖਿਆਲ ਆ ਕਿ ਝੋਲੀ ਅੱਡਣ ਦੀ ਕੋਈ ਬਹੁਤੀ ਲੋੜ ਹੈ ਨਹੀਂ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।